ਹਾਲੇਲੂਇਆ ਹਾਲੇਲੂਇਆ। ਪ੍ਰੇਜ਼ ਦ ਲਾਰਡ। ਖੁਦਾ ਦਾ ਸ਼ੁਕਰ, ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਇੱਕ ਵਾਰੀ ਫਿਰ ਅਸੀਂ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਆਏ ਹਾਂ। ਉਹ ਖੁਦਾ ਮਹਾਨ ਹੈ ਤੇ ਉਹਦੇ ਕੰਮ ਵੀ ਮਹਾਨ ਨੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਕਿਰਪਾ ਕਰਨ ਵਾਲਾ ਖੁਦਾ ਹੈ ਔਰ ਦਇਆ ਕਰਨ ਵਾਲਾ ਖੁਦਾ ਹੈ ਔਰ ਉਹਦਾ ਰਹਿਮ ਹੋਇਆ, ਉਸਦਾ ਫਜ਼ਲ ਹੋਇਆ, ਉਸਦੀ ਕਿਰਪਾ ਹੋਈ ਕਿ ਖੁਦਾ ਨੇ ਸਾਨੂੰ ਇਹ ਸਮਾਂ ਦਿੱਤਾ ਕਿ ਅਸੀਂ ਅੱਜ ਫਿਰ ਖੁਦਾ ਦੀ ਹਜ਼ੂਰੀ ਦੇ ਵਿੱਚ ਬੈਠ ਸਕੀਏ ਔਰ ਉਹਦੇ ਬਚਨਾਂ ਨੂੰ ਸਿੱਖ ਸਕੀਏ। ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਸਿੱਖ ਰਹੇ ਸੀ ਯੋਨਾ ਨਬੀ ਦੇ ਬਾਰੇ ਕਿ ਕਿਸ ਤਰ੍ਹਾਂ ਉਹ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਦੌੜਦਾ ਹੈ। ਜੋ ਹੁਕਮ ਖੁਦਾ ਨੇ ਯੋਨਾ ਨਬੀ ਨੂੰ ਦਿੱਤਾ, ਯੋਨਾ ਉਸ ਤੋਂ ਦੌੜਿਆ ਹੈ। ਪਰਮੇਸ਼ਵਰ ਨੇ ਯੋਨਾ ਨੂੰ ਨੀਨਵੇ ਜਾਣ ਨੂੰ ਕਿਹਾ ਔਰ ਲਿਖਿਆ ਹੈ ਯੋਨਾ ਜਿਹੜਾ ਸੀਗਾ ਉਹ ਤਰਸ਼ੀਸ਼ ਨੂੰ ਜਾ ਰਿਹਾ ਸੀ। ਔਰ ਅਸੀਂ ਖੁਦਾ ਦੇ ਵਚਨ ਦੇ ਮੁਤਾਬਿਕ ਸਿੱਖ ਰਹੇ ਸੀਗੇ ਕਿ ਜਦੋਂ ਖੁਦਾ ਦੀ ਹਜ਼ੂਰੀ ਦੇ ਵਿੱਚੋਂ ਦੌੜਿਆ ਹੈ ਤੇ ਕਿੰਨੀ ਮੁਸ਼ਕਲ ਉਹਦੇ ਉੱਤੇ ਆਈ ਹੈ। ਉਹਦੇ ਤੇ ਮੁਸ਼ਕਲ ਆਉਣ ਦਾ ਕਾਰਨ ਸੀਗਾ ਕਿਉਂਕਿ ਉਸਨੇ ਪਰਮੇਸ਼ਵਰ ਦੇ ਹੁਕਮ ਨੂੰ ਤੋੜਿਆ। ਆਦਮ ਦਾ ਬਾਗ ਦੇ ਵਿੱਚੋਂ ਨਿਕਲਣ ਦਾ ਕਾਰਨ ਕੀ ਸੀਗਾ? ਕਿਉਂਕਿ ਆਦਮ ਨੇ ਪਰਮੇਸ਼ਵਰ ਦੇ ਹੁਕਮ ਨੂੰ ਤੋੜਿਆ। ਸਾਊਲ ਦਾ ਰੱਦਿਆ ਜਾਣ ਦਾ ਕਾਰਨ ਕੀ ਸੀਗਾ? ਕਿਉਂਕਿ ਸਾਊਲ ਨੇ ਪਰਮੇਸ਼ਵਰ ਦੇ ਹੁਕਮ ਨੂੰ ਤੋੜਿਆ। ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ ਕਿ ਜਦੋਂ ਖੁਦਾ ਦੇ ਲੋਕਾਂ ਨੇ ਪਰਮੇਸ਼ਵਰ ਦੇ ਹੁਕਮ ਨੂੰ ਤੋੜਿਆ ਤੇ ਉਹਨਾਂ ਦੇ ਉੱਤੇ ਮੁਸ਼ਕਲ ਆਈ ਹੈ। ਔਰ ਅਸੀਂ ਸਿੱਖ ਰਹੇ ਸੀ ਖੁਦਾ ਦੇ ਵਚਨ ਦੇ ਵਿੱਚੋਂ ਕਿ ਅਸੀਂ ਵਿਸ਼ਵਾਸੀ ਹੁੰਦੇ ਹੋਏ ਜਾਂ ਖੁਦਾ ਦੇ ਸੇਵਕ ਹੁੰਦੇ ਹੋਏ ਬਹੁਤ ਆਸਾਨ ਤਰੀਕੇ ਨਾਲ ਕਹਿ ਦਿੰਦੇ ਆ ਕਿ ਸੰਸਾਰ ਦੇ ਉੱਤੇ ਮੁਸ਼ਕਲ ਤਾਂ ਆਈ ਹੈ ਕਿਉਂਕਿ ਲੋਕ ਪਾਪ ਦੇ ਵਿੱਚ ਨੇ। ਔਰ ਮੈਂ ਕਹਿਣਾ ਚਾਹ ਰਿਹਾ ਹਾਂ ਕਿ ਖੁਦਾ ਦੇ ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਬਹੁਤ ਸਾਰੀਆਂ ਗੱਲਾਂ ਸਾਨੂੰ ਆਪਣੀ ਜ਼ਿੰਦਗੀ 'ਚ ਵੇਖਣ ਨੂੰ ਮਿਲਦੀਆਂ ਨੇ। ਬਹੁਤ ਸਾਰੇ ਗੁਨਾਹ ਸਾਨੂੰ ਆਪਣੀ ਜ਼ਿੰਦਗੀ 'ਚ ਵੇਖਣ ਨੂੰ ਮਿਲਦੇ ਨੇ। ਬਹੁਤ ਸਾਰੀਆਂ ਐਸੀਆਂ ਗੱਲਾਂ ਜੋ ਖੁਦਾ ਸਾਨੂੰ ਕਹਿੰਦਾ ਹੈ ਪਰ ਅਸੀਂ ਨਹੀਂ ਕਰ ਰਹੇ। ਔਰ ਬਹੁਤ ਸਾਰੀਆਂ ਐਸੀਆਂ ਸੇਵਕਾਈਆਂ ਜੋ ਖੁਦਾ ਦੇ ਵਚਨ ਦੇ ਮੁਤਾਬਿਕ ਨਹੀਂ ਹਨ। ਖੁਦਾ ਨੇ ਯੋਨਾ ਨੂੰ ਰੋਕਿਆ ਕਿਉਂਕਿ ਯੋਨਾ ਗਲਤ ਪਾਸੇ ਜਾ ਰਿਹਾ ਸੀ। ਕਿਉਂ ਨਾ ਥੋੜਾ ਸਮਾਂ ਅਸੀਂ ਦੂਸਰਿਆਂ ਦੇ ਉੱਤੇ ਬਲੇਮ ਕਰਨ ਦੀ ਬਜਾਏ ਆਪਣੀ ਜ਼ਿੰਦਗੀ ਨੂੰ ਵੇਖੀਏ, ਆਪਣੀ ਲਾਈਫ ਨੂੰ ਵੇਖੀਏ, ਆਪਣੀ ਸੇਵਕਾਈ ਨੂੰ ਵੇਖੀਏ। ਕੀ ਮੇਰੀ ਸੇਵਕਾਈ ਪ੍ਰਭੂ ਦੇ ਵਚਨ ਦੇ ਮੁਤਾਬਿਕ ਹੈ? ਕੀ ਮੇਰੀ ਲਾਈਫ ਖੁਦਾ ਦੇ ਵਚਨ ਦੇ ਮੁਤਾਬਿਕ ਹੈ? ਕੀ ਮੈਂ ਉਹ ਕਰ ਰਿਹਾ ਹਾਂ ਜੋ ਖੁਦਾ ਮੈਨੂੰ ਕਹਿ ਰਿਹਾ? Do I do the same thing what God says to me? ਪਰ ਅਸੀਂ ਆਪਣੀਆਂ ਨਜ਼ਰਾਂ ਦੇ ਵਿੱਚ ਯੋਨਾ ਦੇ ਵਾਂਗੂ ਅੱਛੇ ਬਣਦੇ ਆ। ਅਸੀਂ ਆਪਣੀਆਂ ਨਜ਼ਰਾਂ ਦੇ ਵਿੱਚ ਸਾਨੂੰ ਲੱਗਦਾ ਕਿ ਜੋ ਮੈਂ ਕਰ ਰਿਹਾ ਉਹ ਸਹੀ ਕਰ ਰਿਹਾ ਹਾਂ। ਯੋਨਾ ਨੂੰ ਵੀ ਇਸ ਤਰ੍ਹਾਂ ਲੱਗਦਾ ਸੀ। ਔਰ ਅਸੀਂ ਸਿੱਖ ਰਹੇ ਸੀਗੇ ਕਿਸ ਤਰ੍ਹਾਂ ਪਰਮੇਸ਼ਵਰ ਦੇ ਅੱਗੇ ਜਦੋਂ ਉਸਨੇ ਦੁਹਾਈ ਦਿੱਤੀ ਤੇ ਖੁਦਾ ਨੇ ਫਿਰ ਉਸਨੂੰ ਮਾਫ ਕੀਤਾ। ਅੱਜ ਖੁਦਾ ਦਾ ਵਚਨ, ਪ੍ਰਭੂ ਦੀ ਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਪ੍ਰਭੂ ਦੇ ਅੱਗੇ ਪੁਕਾਰਨਾ ਹੈ। ਇਸ ਮੁਸ਼ਕਿਲ ਦੇ ਸਮੇਂ, ਇਸ ਮੁਸੀਬਤ ਦੇ ਸਮੇਂ ਅਸੀਂ ਕਿਸ ਤਰ੍ਹਾਂ ਖੁਦਾ ਦੇ ਅੱਗੇ ਦੁਹਾਈ ਦੇਣੀ ਹੈ। ਔਰ ਪ੍ਰਭੂ ਦੀ ਬਾਣੀ ਦੇ ਵਿੱਚੋਂ ਅਸੀਂ ਦੇਖਦੇ ਹਾਂ ਯੋਨਾ ਨਬੀ ਨੇ ਮੱਛੀ ਦੇ ਪੇਟ ਦੇ ਵਿੱਚੋਂ ਖੁਦਾ ਨੂੰ ਪੁਕਾਰਿਆ ਤੇ ਖੁਦਾ ਨੇ ਉਹਦੀ ਆਵਾਜ਼ ਨੂੰ ਸੁਣਿਆ। ਹਾਲੇਲੂਇਆ ਹਾਲੇਲੂਇਆ। ਅੱਜ ਵੀ ਪਰਮੇਸ਼ਵਰ ਜਦੋਂ ਉਹਦੇ ਲੋਕ ਉਸ ਨੂੰ ਪੁਕਾਰਦੇ ਨੇ ਤੇ ਉਹ ਸੁਣਦਾ ਹੈ। ਦੁਨੀਆ ਤੇ ਗੁਨਾਹ ਹੈ, ਪਾਪ ਹੈ, ਇਸ ਕਰਕੇ ਇਹ ਮੁਸੀਬਤ ਆਈ ਹੈ। ਪਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਝਾਤੀ ਨਹੀਂ ਮਾਰਦੇ। ਖੁਦਾ ਦੀ ਬਾਣੀ ਦੇ ਵਿੱਚ ਲਿਖਿਆ, ਤੂੰ ਉਸ ਕੱਖ ਨੂੰ ਜੋ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈ? ਜੋ ਸ਼ਤੀਰ ਤੇਰੀ ਆਪਣੀ ਅੱਖ ਦੇ ਵਿੱਚ ਹੈ ਤੂੰ ਉਹਦੇ ਵੱਲ ਧਿਆਨ ਨਹੀਂ ਕਰਦਾ। ਅੱਜ ਸਾਨੂੰ ਆਪਣੀਆਂ ਜ਼ਿੰਦਗੀਆਂ ਦੇ ਵਿੱਚ, ਆਪਣੀਆਂ ਸੇਵਕਾਈਆਂ ਦੇ ਵਿੱਚ ਧਿਆਨ ਕਰਨ ਦੀ ਜ਼ਰੂਰਤ ਹੈ ਕਿ ਮੇਰਾ ਕੰਮ ਜੋ ਹੈ ਖੁਦਾ ਦੀ ਬਾਣੀ ਦੇ ਮੁਤਾਬਕ ਹੈ। ਕੀ ਮੇਰੀ ਸੇਵਕਾਈ ਖੁਦਾ ਦੀ ਬਾਣੀ ਦੇ ਮੁਤਾਬਿਕ ਹੈ? ਜਾਂ ਮੈਂ ਆਪਣੇ ਆਪ ਨੂੰ ਮਹਿਮਾ ਦੇਣ ਦੇ ਲਈ ਸੇਵਾ ਕਰ ਰਿਹਾ, ਜਾਂ ਮੈਂ ਆਪਣੇ ਆਪ ਨੂੰ ਉੱਚਿਆਂ ਕਰ ਰਿਹਾ, ਜਾਂ ਮੈਂ ਆਪਣੇ ਆਪ ਦੀ ਮਹਿਮਾ ਕਰਵਾ ਰਿਹਾ ਨਾ ਕਿ ਪਰਮੇਸ਼ਵਰ ਦੀ। ਅੱਜ ਬਹੁਤ ਸਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ, ਬਹੁਤ ਸਾਰੀਆਂ ਸੇਵਕਾਈਆਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਪ੍ਰਭੂ ਦੀ ਮਹਿਮਾ ਘੱਟ ਤੇ ਇਨਸਾਨ ਦੀ ਜ਼ਿਆਦਾ ਹੋ ਰਹੀ ਹੈ। ਹੋ ਸਕਦਾ ਪਰਮੇਸ਼ਵਰ ਨਾਰਾਜ਼ ਹੋ ਗਿਆ ਹੋਵੇ, ਹੋ ਸਕਦਾ ਖੁਦਾ
ਇਸ ਗੱਲ ਤੋਂ ਨਾਰਾਜ਼ ਹੋਵੇ ਕਿ ਮੇਰੀ ਮਹਿਮਾ ਜੋ ਲੋਕ ਇਨਸਾਨ ਨੂੰ ਦੇ ਰਹੇ ਨੇ। ਪ੍ਰਭੂ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ, ਖੁਦਾ ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ, ਤਾਂ ਪਰਮੇਸ਼ਰ ਨੂੰ ਮੋੜਨਾ ਚਾਹੁੰਦਾ ਹੈ। ਹੁਣ ਯੋਨਾ ਨਬੀ ਨੇ ਅਨਾਗਿਆਕਾਰੀ ਕੀਤੀ ਤੇ ਮੁਸ਼ਕਲ ਆਈ, ਕਿਉਂਕਿ ਖੁਦਾ ਉਸ ਨੂੰ ਮੋੜਨਾ ਚਾਹੁੰਦਾ ਸੀ। ਪਰਮੇਸ਼ਰ ਨਹੀਂ ਦੇਖਦਾ ਕਿ ਦੁਨੀਆ ਕੀ ਕਰ ਰਹੀ ਹੈ, ਖੁਦਾ ਇਹ ਦੇਖਦਾ ਹੈ ਕਿ ਉਹਦੇ ਲੋਕ ਕੀ ਕਰ ਰਹੇ। ਹਾਲੇਲੂਇਆ, ਹਾਲੇਲੂਇਆ। ਇੱਕ ਵਚਨ ਅਸੀਂ ਪੜਾਂਗੇ ਦੂਸਰਾ ਇਤਿਹਾਸ ਉਸਦਾ 7 ਅਧਿਆਇ ਉਸਦੀ 13 ਤੇ 14 ਆਇਤ ਨੂੰ। ਦੂਸਰਾ ਇਤਿਹਾਸ 7 ਅਧਿਆਇ 13 ਤੇ 14 ਆਇਤ ਨੂੰ ਅਸੀਂ ਪੜਾਂਗੇ। ਜੇ ਮੈਂ ਕਦੀ ਆਕਾਸ਼ ਨੂੰ ਬੰਦ ਕਰ ਦਿਆਂ, ਖੁਦਾ ਦਾ ਵਚਨ ਕੀ ਕਹਿੰਦਾ? ਕਹਿੰਦਾ ਜੇ ਮੈਂ ਕਦੀ ਆਕਾਸ਼ ਨੂੰ ਬੰਦ ਕਰ ਦਿਆਂ ਕਿ ਮੀਂਹ ਨਾ ਪਵੇ, ਮੀਂਹ ਨਾ ਪਵੇ, ਜਾਂ ਸਲਾਹ ਨੂੰ ਹੁਕਮ ਦਿਆਂ, ਜਾਂ ਸਲਾਹ ਨੂੰ ਹੁਕਮ ਦਿਆਂ ਕਿ ਦੇਸ਼ ਨੂੰ ਚੱਟ ਲਵੇ, ਦੇਸ਼ ਨੂੰ ਚੱਟ ਲਵੇ, ਜਾਂ ਆਪਣੀ ਪ੍ਰਜਾ ਦੇ ਵਿੱਚ ਬਵਾ ਕੱਲਾ, ਜਾਂ ਮੈਂ ਆਪਣੀ ਪ੍ਰਜਾ ਦੇ ਵਿੱਚ ਕੀ ਕਰਾਂ। ਕਿਹਨੂੰ ਕਹਿ ਰਿਹਾ ਖੁਦਾ? ਆਪਣੇ ਲੋਕਾਂ ਨੂੰ। ਜਦੋਂ ਕਹਿੰਦਾ ਕਿਤੇ ਮੈਂ ਆਕਾਸ਼ ਨੂੰ ਬੰਦ ਕਰ ਦਿਆਂ, ਜਦੋਂ ਮੈਂ ਸਲਾਹ ਨੂੰ ਕਹਾਂ ਦੇਸ਼ ਨੂੰ ਚੱਟ ਕਰ ਜਾ, ਤੇ ਜਾਂ ਮੈਂ ਬਵਾ ਕੱਲਾ ਆਪਣੇ ਲੋਕਾਂ ਦੇ ਵਿੱਚ। ਹਾਂ, ਅਤੇ ਜੇ ਮੇਰੀ ਪ੍ਰਜਾ, ਜੇ ਮੇਰੀ ਪ੍ਰਜਾ, ਬੋਲੋ ਹਾਲੇਲੂਇਆ। ਪਰਮੇਸ਼ਵਰ ਆਪਣੇ ਲੋਕਾਂ ਦੇ ਵੱਲ ਧਿਆਨ ਕਰਦਾ ਹੈ। ਜੇ ਮੇਰੀ ਪ੍ਰਜਾ, ਜੇ ਮੈਂ ਆਪਣੇ ਲੋਕਾਂ ਦੇ ਵਿੱਚ ਇਕੱਲਾ, ਕਹਿੰਦਾ ਜੇ ਮੇਰੀ ਪ੍ਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ, ਮੇਰੇ ਨਾਮ ਤੇ ਅਖਵਾਉਂਦੀ ਹੈ, ਅਧੀਨ ਹੋ ਕੇ ਪ੍ਰਾਰਥਨਾ ਕਰੇ, ਅਧੀਨ ਹੋ ਕੇ ਪ੍ਰਾਰਥਨਾ ਕਰੇ, ਅਤੇ ਮੇਰੇ ਦਰਸ਼ਨ ਦੀ ਚਾਹਵਾਨ ਹੋਵੇ, ਮੇਰੇ ਦਰਸ਼ਨ ਦੀ ਚਾਹਵਾਨ ਹੋਵੇ, ਅਤੇ ਆਪਣੇ ਭੈੜੇ ਰਾਹ ਤੋਂ ਮੁੜੇ, ਆਪਣੇ ਭੈੜੇ ਰਾਹ ਤੋਂ ਮੁੜੇ, ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਖਿਮਾ ਕਰਾਂਗਾ। ਬੋਲੋ ਹਾਲੇਲੂਇਆ, ਹਾਲੇਲੂਇਆ। ਉਹਨਾਂ ਦੇ ਪਾਪ ਕੀ ਕਰਾਂਗਾ? ਖਿਮਾ ਕਰਾਂਗਾ। ਹਾਂ, ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ। ਪਰਮੇਸ਼ਵਰ ਆਪਣੇ ਲੋਕਾਂ ਦੇ ਪ੍ਰਤੀ ਕਹਿ ਰਿਹਾ, ਮੇਰੇ ਲੋਕ ਜਦੋਂ ਮੈਨੂੰ ਛੱਡ ਦੇਣਗੇ, ਮੇਰੇ ਲੋਕ ਜਦੋਂ ਮੇਥੋਂ ਹਟ ਜਾਣਗੇ, ਤੇ ਜੇ ਮੈਂ ਆਕਾਸ਼ ਨੂੰ ਉਸ ਸਮੇਂ ਬੰਦ ਕਰ ਦਿੰਦਾ ਆ, ਜੇ ਮੈਂ ਧਰਤੀ ਦੇ ਉੱਤੇ ਬਵਾ ਕਲਾਨਾ ਆ, ਤੇ ਮੇਰੇ ਲੋਕਾਂ ਨੂੰ ਚਾਹੀਦਾ ਹੈ ਉਹ ਬੈਠ ਕੇ ਤੇ ਆਪਣੇ ਪਾਪਾਂ ਦਾ ਇਕਰਾਰ ਕਰਨ। ਮੇਰੇ ਲੋਕ ਆਪਣੇ ਭੈੜੇ ਕੰਮਾਂ ਤੋਂ ਮੁੜ ਆਉਣ। ਅਸੀਂ ਦੂਸਰੇ ਲੋਕਾਂ ਦੇ ਉੱਤੇ ਬਲੇਮ ਲਾਈ ਜਾਂਦੇ ਆ। ਖੁਦਾ ਦਾ ਵਚਨ ਆਪਣੇ ਲੋਕਾਂ ਦੇ ਪ੍ਰਤੀ ਦੇਖਦਾ ਹੈ। ਖੁਦਾ ਕਹਿੰਦਾ ਮੇਰੇ ਲੋਕ ਉਹ ਵਾਪਸ ਆ ਜਾਣ, ਮੇਰੇ ਲੋਕ ਆਪਣੇ ਭੈੜੇ ਕੰਮਾਂ ਤੋਂ ਮੁੜ ਜਾਣ। ਅੱਜ ਬਹੁਤ ਸਾਰੇ ਨਾਮ ਦੇ ਮਸੀਹ ਚੱਲ ਰਹੇ ਨੇ, ਅੱਜ ਬਹੁਤ ਸਾਰੀਆਂ ਸੇਵਕਾਂ ਜਿਹੜਾ ਯਿਸੂ ਮਸੀਹ ਦਾ ਨਾਮ ਇਸਤੇਮਾਲ ਕਰ ਰਹੀਆਂ ਨੇ, ਪਰ ਉਹ ਖੁਦਾ ਦੇ ਵਚਨ ਦੇ ਮੁਤਾਬਿਕ ਨਹੀਂ। ਖੁਦਾ ਦਾ ਵਚਨ ਤੁਹਾਨੂੰ ਤੇ ਮੈਨੂੰ ਸਿਖਾਉਂਦਾ ਹੈ ਕਿ ਅਸੀਂ ਜੇ ਉਹਨਾਂ ਗਲਤ ਕੰਮਾਂ ਤੋਂ, ਉਸ ਸੰਸਾਰਿਕ ਮਹਿਮਾ ਤੋਂ, ਜਿਹੜੀ ਸੰਸਾਰ ਸਾਨੂੰ ਦੇ ਰਿਹਾ, ਉਸ ਮਹਿਮਾ ਤੋਂ ਮੁੜ ਕੇ ਅਸੀਂ ਸਿਰਫ ਤੇ ਸਿਰਫ ਪਰਮੇਸ਼ਰ ਨੂੰ ਮਹਿਮਾ ਦਈਏ, ਖੁਦਾ ਨੂੰ ਮਹਿਮਾ ਦਈਏ। ਜੇ ਮੇਰੇ ਲੋਕ ਵਾਪਸ ਆ ਜਾਣ, ਜੇ ਮੇਰੇ ਲੋਕ ਮੁੜਨ, ਆਪਣੇ ਆਪ ਨੂੰ ਨੀਵਿਆਂ ਕਰਨ, ਹੰਬਲ ਕਰਨ, ਤੇ ਮੈਂ ਕਹਿੰਦਾ ਉਹਨਾਂ ਦੇ ਦੇਸ਼ ਨੂੰ ਕੀ ਕਰਾਂਗਾ? ਬਹਾਲ ਕਰਾਂਗਾ। ਹਾਲੇਲੂਇਆ, ਹਾਲੇਲੂਇਆ। ਦੁਬਾਰਾ ਪੜਿਓ 13 ਤੇ 14 ਆਇਤ ਨੂੰ। ਜੇ ਮੈਂ ਕਦੀ ਆਕਾਸ਼ ਨੂੰ ਬੰਦ ਕਰ ਦਿਆਂ, ਜੇ ਕਦੀ ਆਕਾਸ਼ ਨੂੰ ਬੰਦ ਕਰ ਦਿਆਂ ਕਿ ਮੀਂਹ ਨਾ ਪਵੇ, ਮੀਂਹ ਨਾ ਪਵੇ, ਜਾਂ ਸਲਾਹ ਨੂੰ ਹੁਕਮ ਦਿਆਂ, ਜਾਂ ਮੈਂ ਸਲਾਹ ਨੂੰ ਹੁਕਮ ਦਿਆਂ ਕਿ ਦੇਸ਼ ਨੂੰ ਚੱਟ ਲਵੇ, ਦੇਸ਼ ਨੂੰ ਚੱਟ ਲਵੇ, ਜਾਂ ਆਪਣੀ ਪ੍ਰਜਾ ਦੇ ਵਿੱਚ ਬਵਾ ਕੱਲਾ। ਕਿਹਦੇ ਵਿੱਚ ਕੱਲਾ? ਆਪਣੀ ਪ੍ਰਜਾ। ਖੁਦਾ ਆਪਣੇ ਲੋਕਾਂ ਦਾ ਧਿਆਨ ਕਰਦਾ ਹੈ। ਉਹ ਬਵਾ ਕਿਉਂ ਕੱਲੇਗਾ? ਦੇਖੋ ਇੱਥੇ ਕਾਰਨ ਕੀ ਹੈ, ਤਾਂ ਕਿ ਉਹਦੇ ਲੋਕ ਮੁੜਨ। ਉਹ ਬਵਾ ਕਿਉਂ ਕੱਲੇਗਾ? ਤਾਂ ਕਿ ਉਹਦੇ ਲੋਕ ਵਾਪਸ ਆਉਣ। ਜੇ ਮੈਂ ਆਪਣੇ ਲੋਕਾਂ ਦੇ ਵਿੱਚ ਬਵਾ ਕੱਲਾ, ਜੇ ਮੈਂ ਆਪਣੇ ਲੋਕਾਂ ਨੂੰ ਇਹ ਸਿਖਾਵਾਂ, ਜੇ ਮੇਰੇ ਲੋਕ ਇਸ ਗੱਲ ਨੂੰ ਸਮਝਣਗੇ, ਸਿੱਖਣਗੇ ਤੇ ਵਾਪਸ ਆਉਣਗੇ। ਜੇ ਮੈਂ ਆਪਣੇ ਲੋਕਾਂ ਦੇ ਵਿੱਚ ਇਸ ਬਵਾ ਨੂੰ ਕੱਲਾ, ਹਾਂ, ਅਤੇ ਜੇ ਮੇਰੀ ਪ੍ਰਜਾ, ਹੁਣ ਮੇਰੀ ਪ੍ਰਜਾ, ਬੋਲੋ ਹਾਲੇਲੂਇਆ, ਮੇਰੀ ਪ੍ਰਜਾ ਮੁੜੇ, ਮੇਰੇ ਲੋਕ ਮੁੜਨ। ਇਹ ਨਹੀਂ ਕਹਿ ਰਿਹਾ ਸੰਸਾਰ ਦੇ ਲੋਕ ਮੁੜਨ, ਉਹਨਾਂ ਲਈ ਖੁਦਾ ਨੇ ਰਸਤਾ ਰੱਖਿਆ ਹੈ, ਉਹ ਤੋਬਾ ਕਰਨਗੇ, ਬਚਾਏ ਜਾਣਗੇ। ਪਰ ਜਿਹੜੇ ਖੁਦਾ ਦੇ ਖਵਾਉਂਦੇ ਨੇ, ਖੁਦਾ ਦੇ ਵਿੱਚ ਚੱਲਦੇ ਨੇ, ਪਰਮੇਸ਼ਰ ਕਹਿੰਦਾ ਮੇਰੇ ਲੋਕ ਮੁੜਨ। ਹਾਲੇਲੂਇਆ, ਹਾਲੇਲੂਇਆ। ਅਦਭੁਤ ਗੱਲ ਨਹੀਂ ਹੈ? ਜਿਹੜੇ ਖੁਦਾ ਦੇ ਲੋਕ ਨੇ, ਪ੍ਰਭੂ ਉਹਨਾਂ ਨੂੰ ਮੁੜਨ ਲਈ ਕਹਿ ਰਿਹਾ, ਮੇਰੇ ਲੋਕ ਮੁੜਨ। ਹਾਂ, ਜੋ ਮੇਰੇ ਨਾਮ ਤੇ ਅਖਵਾਉਂਦੀ ਹੈ, ਮੇਰੇ ਨਾਮ ਤੇ ਖਵਾਉਂਦੇ ਨੇ, ਉਹਨਾਂ ਨੂੰ ਮੁੜਨ ਦੀ ਲੋੜ ਹੈ, ਉਹਨਾਂ ਨੂੰ ਸਹੀ ਚੱਲਣ ਦੀ ਲੋੜ ਹੈ, ਉਹਨਾਂ ਨੂੰ ਸੱਚਾਈ ਤੇ ਚੱਲਣ ਦੀ ਲੋੜ ਹੈ। ਜੇ ਮੇਰੇ ਲੋਕ ਜੋ ਮੇਰੇ ਨਾਮ ਤੇ ਖਵਾਉਂਦੇ ਨੇ, ਅਧੀਨ ਹੋ ਕੇ ਪ੍ਰਾਰਥਨਾ ਕਰੇ। ਕੀ ਕਰਨਾ ਹੈ?
ਅਧੀਨ ਹੋਣਾ। ਅੱਜ ਕਿੰਨੀ ਕੁ ਅਧੀਨਗੀ ਹੈ, ਕਿੰਨਾ ਕੁ ਅਧੀਨ ਹੈ ਅਸੀਂ। ਹਾਲੇਲੂਇਆ, ਹਾਲੇਲੂਇਆ। ਕਿੰਨਾ ਕੁ ਅਧੀਨ ਹੈ। ਅੱਜ ਤੇ ਸਾਡੇ ਕੋਲ ਸਮਾਂ ਹੀ ਨਹੀਂ ਕਿ ਅਸੀਂ ਆਮ ਵਿਸ਼ਵਾਸੀ ਨਾਲ ਗੱਲ ਕਰ ਲਈਏ। 15-20 ਤੇ ਸਾਡੇ ਬਾਡੀਗਾਰਡ ਨੇ ਜਿਹੜੇ ਮਿਲਣ ਹੀ ਨਹੀਂ ਦੇ ਰਹੇ। ਕਿੰਨੇ ਕੁ ਅਧੀਨ ਆ ਅਸੀਂ, ਮਿਲਦੇ ਹੀ ਨਹੀਂ। ਮੇਰੇ ਲੋਕਾਂ ਨੂੰ ਅਧੀਨ ਹੋਣ ਦੀ ਲੋੜ ਆ। ਮੇਰੇ ਲੋਕ ਜੇ ਆਪਣੇ ਆਪ ਨੂੰ ਅਧੀਨ ਕਰਨ, ਜੇ ਆਪਣੇ ਆਪ ਨੂੰ ਹੰਬਲ ਕਰਨ, ਹਾਂਜੀ, ਅਤੇ ਮੇਰੇ ਦਰਸ਼ਨ ਦੀ ਚਾਹਵਾਨ ਹੋਵੇ, ਮੇਰੇ ਖੁਦਾ ਦੇ ਦਰਸ਼ਨ ਦੀ, ਨਾ ਕਿ ਆਪਣੀ ਮਹਿਮਾ ਦੀ। ਅੱਜ ਇਨਸਾਨ ਆਪਣੀ ਮਹਿਮਾ ਦਾ ਚਾਹਵਾਨ ਹੈ ਕਿ ਲੋਕ ਮੈਨੂੰ ਪਸੰਦ ਕਰਨ, ਲੋਕ ਮੇਰੀ ਸੇਵਕਾਈ ਨੂੰ ਪਸੰਦ ਕਰਨ। ਅੱਜ ਦੀਆਂ ਸੇਵਕਾਈਆਂ ਲੋਕ ਵਿਖਾਵੇ ਦੀਆਂ ਨੇ। ਪਰਮੇਸ਼ਵਰ ਕਹਿੰਦਾ ਹੈ ਜੋ ਮੇਰੀ ਮਹਿਮਾ ਕਰੇ, ਜੋ ਮੇਰੇ ਦਰਸ਼ਨ ਲਈ ਲੋਚ ਕਰੇ, ਹਾਂ, ਅਤੇ ਆਪਣੇ ਭੈੜੇ ਰਾਹ ਤੋਂ ਮੁੜੇ। ਭੈੜੇ ਰਾਹ ਤੋਂ ਕੀ ਕਰੇ? ਜਿਸ ਤਰ੍ਹਾਂ ਜੁਨਾਹ ਗਲਤ ਰਸਤੇ ਨੂੰ ਜਾ ਰਿਹਾ ਸੀ, ਖੁਦਾ ਕਹਿੰਦਾ ਇਹ ਲੋਕ ਭੈੜੇ ਰਾਹ ਤੋਂ ਮੁੜਨ। ਕਿਹੜੇ ਲੋਕ? ਦੂਸਰੇ ਨਹੀਂ, ਮੇਰੇ ਲੋਕ ਆਪਣੇ ਆਪ ਨੂੰ ਅਧੀਨ ਕਰਨ, ਮੇਰੇ ਦਰਸ਼ਨ ਦੇ ਚਾਹਵਾਨ ਹੋਣ ਤੇ ਆਪਣੇ ਭੈੜੇ ਰਾਹਾਂ ਤੋਂ ਮੁੜਨ। ਹਾਂ, ਤਾਂ ਮੈਂ ਸਵਰਗ ਉੱਤੋਂ ਸੁਣ ਕੇ, ਸਵਰਗ ਦੇ ਉੱਤੋਂ ਤਾਂ ਮੈਂ ਸੁਣ ਕੇ ਉਹਨਾਂ ਦੇ ਪਾਪ ਖਿਮਾ ਕਰਾਂਗਾ। ਪਾਪ ਕਿਹਨਾਂ ਦੇ ਖਿਮਾ ਕਰਨੇ ਆ? ਆਪਣੇ ਲੋਕਾਂ ਦੇ। ਆਪਣੇ ਲੋਕਾਂ ਦੇ ਕਹਿੰਦਾ ਮੈਂ ਪਾਪ ਖਿਮਾ ਕਰਾਂਗਾ। ਦੂਜਿਆਂ ਦੀ ਤੇ ਬਾਅਦ ਦੀ ਗੱਲ ਹੈ। ਜਿਹੜੇ ਖੁਦਾ ਦੇ ਨਾਮ ਤੇ ਚੱਲਦੇ ਨੇ, ਖੁਦਾ ਦੇ ਨਾਮ ਤੇ ਖਵਾਉਂਦੇ ਨੇ, ਉਹ ਜੇ ਵਾਪਸ ਆ ਕੇ ਆਪਣੇ ਆਪ ਨੂੰ ਨੀਵਿਆਂ ਕਰਨ, ਉਹਦੇ ਦਰਸ਼ਨ ਦੀ ਲੋਚ ਕਰਨ ਔਰ ਪਰਮੇਸ਼ਵਰ ਦੇ ਅੱਗੇ ਮਾਫੀ ਮੰਗਣ, ਆਪਣੇ ਪਾਪਾਂ ਤੋਂ ਤੋਬਾ ਕਰਨ। ਖੁਦਾ ਦੇ ਲੋਕ ਜੇ ਤੋਬਾ ਕਰਨ, ਹਾਂ, ਅਤੇ ਮੈਂ ਉਹਨਾਂ ਦੇ ਪਾਪ ਖਿਮਾ ਕਰਾਂਗਾ, ਮੈਂ ਉਹਨਾਂ ਦੇ ਪਾਪ ਖਿਮਾ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰਾਂਗਾ। ਉਹਨਾਂ ਦੇ ਦੇਸ਼ ਨੂੰ ਵੀ ਕਰ ਦਿਆਂਗਾ ਬਹਾਲ। ਅੱਜ ਦੇਖ ਲਓ, ਖੁਦਾ ਨੇ ਸਾਨੂੰ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਬਹਾਲ ਹੋ ਸਕਦੇ ਹਾਂ। ਮੇਰੇ ਲੋਕਾਂ ਨੂੰ ਕਹਿੰਦਾ ਮੁੜਨ ਦੀ ਲੋੜ ਹੈ। ਮੇਰੇ ਲੋਕ ਜੇ ਆਪਣੇ ਆਪ ਨੂੰ ਅਧੀਨ ਕਰਨ, ਖੁਦਾ ਆਪਣੇ ਲੋਕਾਂ ਦੇ ਵੱਲ ਧਿਆਨ ਕਰਦਾ ਹੈ। ਲਿਖਿਆ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਗੁਲਾਮੀ ਦੇ ਵਿੱਚੋਂ ਕੱਢਿਆ। ਖੁਦਾ ਨੂੰ ਆਪਣੇ ਲੋਕਾਂ ਦਾ ਫਿਕਰ, ਅੱਜ ਵੀ ਪਰਮੇਸ਼ਵਰ ਨੂੰ ਆਪਣੇ ਲੋਕਾਂ ਦਾ ਫਿਕਰ ਹੈ। ਪਰ ਆਪਣੇ ਲੋਕਾਂ ਦੇ ਕੋਲੋਂ ਕੀ ਮੰਗ ਕਰ ਰਿਹਾ ਹੈ? ਉਹ ਆਪਣੇ ਆਪ ਨੂੰ ਹੰਬਲ ਕਰਨ, ਆਪਣੇ ਆਪ ਨੂੰ ਹਲੀਮ ਕਰਨ, ਆਪਣੇ ਆਪ ਨੂੰ ਨਮਨ ਕਰਨ ਔਰ ਆਪਣੇ ਆਪ ਨੂੰ ਖੁਦਾ ਦੇ ਵਚਨ ਦੇ ਮੁਤਾਬਿਕ ਕਰਨ। ਜੇ ਅਸੀਂ ਕੰਮ ਖੁਦਾ ਦੇ ਵਚਨ ਦੇ ਮੁਤਾਬਿਕ ਕਰਾਂਗੇ ਤੇ ਪਰਮੇਸ਼ਵਰ ਸਾਡੇ ਗੁਨਾਹਾਂ ਨੂੰ ਮਾਫ ਕਰੇਗਾ। ਹਾਲੇਲੂਇਆ, ਹਾਲੇਲੂਇਆ। ਬਹੁਤ ਸਾਰੀਆਂ ਗਲਤੀਆਂ, ਬਹੁਤ ਸਾਰੇ ਗੁਨਾਹ ਅਸੀਂ ਕਰਦੇ ਹਾਂ ਕਿਉਂਕਿ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਹਾਂ। ਪਰ ਸਾਡੀਆਂ ਸੇਵਕਾਈਆਂ ਖੁਦਾ ਦੀ ਮਰਜ਼ੀ ਦੇ ਮੁਤਾਬਕ ਹੋਣੀਆਂ ਚਾਹੀਦੀਆਂ, ਖੁਦਾ ਦੀ ਇੱਛਾ ਦੇ ਮੁਤਾਬਕ ਹੋਣੀਆਂ ਚਾਹੀਦੀਆਂ, ਜਿਸ ਤਰ੍ਹਾਂ ਖੁਦਾ ਚਾਹੁੰਦਾ ਹੈ। ਹੋਸ਼ਿਆ ਦੀ ਕਿਤਾਬ 4:6 ਅਸੀਂ ਪੜਾਂਗੇ। ਹੋਸ਼ਿਆ 4:6। ਮੇਰੀ ਪ੍ਰਜਾ, ਬੋਲੋ ਹਾਲੇਲੂਇਆ। ਇੱਥੇ ਵੀ ਖੁਦਾ ਮੇਰੀ ਕਹਿ ਰਿਹਾ ਹੈ। ਖੁਦਾ ਦੇ ਲੋਕ, ਮੇਰੇ ਲੋਕ। ਉਹ ਜੁਨਾਹ ਜਿਹੜਾ ਕਿਸ਼ਤੀ ਦੇ ਵਿੱਚ ਸੀ, ਉਹ ਪਰਮੇਸ਼ਵਰ ਦਾ ਸੀ। ਇੱਕ ਪਰਮੇਸ਼ਵਰ ਦਾ ਬੰਦਾ ਦੂਸਰੇ ਲੋਕਾਂ ਦੇ ਲਈ ਮੁਸ਼ਕਲ ਲੈ ਕੇ ਆ ਗਿਆ। ਹਾਲੇਲੂਇਆ। ਤੁਸੀਂ ਤੇ ਮੈਂ ਉਦੋਂ ਆਸ਼ੀਸ਼ ਲੈ ਕੇ ਆਵਾਂਗੇ ਜਦੋਂ ਅਸੀਂ ਉਹਦੇ ਵਚਨ ਦੇ ਮੁਤਾਬਿਕ ਚੱਲਾਂਗੇ। ਤੇ ਜਦੋਂ ਉਹਦੇ ਵਚਨ ਦੇ ਮੁਤਾਬਿਕ ਨਹੀਂ ਚੱਲਦੇ, ਜਾਣਦੇ ਆ ਖੁਦਾ ਦੇ ਵਚਨ ਨੂੰ ਪਰ ਚੱਲਦੇ ਟੇਢਾ ਆ, ਫਿਰ ਉਹ ਆਸ਼ੀਸ਼ ਜਿਹੜੀ ਆ ਉਹ ਮੁਸੀਬਤ ਦੇ ਵਿੱਚ ਬਦਲ ਜਾਂਦੀ ਹੈ। ਖੁਦਾ ਦੇ ਲੋਕ ਆਸ਼ੀਸ਼ ਵਾਲੇ ਲੋਕ ਨੇ। ਪਰਮੇਸ਼ਵਰ ਦਾ ਵਚਨ ਕਹਿੰਦਾ ਪਰ ਤਾਂ ਜੇ ਉਹ ਖੁਦਾ ਦੇ ਵਚਨ ਦੇ ਮੁਤਾਬਿਕ ਚੱਲਦੇ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੇ ਕਿਹਾ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ ਜੇ ਮੇਰੇ ਵਚਨਾਂ ਤੇ ਖੜੇ ਰਹਿੰਦੇ, ਜੇ ਖੁਦਾ ਦੇ ਵਚਨਾਂ ਤੇ ਖੜੇ, ਜੇ ਪਰਮੇਸ਼ਵਰ ਦੇ ਵਚਨਾਂ ਤੇ ਖੜੇ। ਇੱਥੇ ਵੀ ਹੋਸ਼ਿਆ ਦੇ ਵਿੱਚ ਵੀ ਖੁਦਾ ਕਹਿ ਰਿਹਾ ਮੇਰੇ ਲੋਕ, ਆਪਣੇ ਲੋਕਾਂ ਦੀ ਫਿਕਰ ਕਰ ਰਿਹਾ। ਖੁਦਾ ਆਪਣੇ ਲੋਕਾਂ ਦੀ ਗੱਲ ਕਰ ਰਿਹਾ। ਹਾਂ, ਮੇਰੇ ਲੋਕ ਗਿਆਨ ਬਹੁਣੀ ਨਾਸ਼ ਹੁੰਦੀ ਹੈ। ਗਿਆਨ ਤੋਂ ਬਿਨਾਂ ਕੀ ਹੋ ਰਹੇ ਨੇ? ਨਾਸ਼ ਹੋ ਰਹੇ। ਖੁਦਾ ਦੇ ਲੋਕ ਨਾਸ਼ ਹੋ ਰਹੇ ਨੇ ਕਿਹਦੇ ਬਿਨਾਂ? ਗਿਆਨ ਤੋਂ ਬਿਨਾਂ, ਕਿਉਂਕਿ ਖੁਦਾ ਦੇ ਵਚਨ ਦਾ ਗਿਆਨ ਨਹੀਂ ਰੱਖਦੇ। ਮੇਰੇ ਲੋਕ ਗਿਆਨ ਤੋਂ ਬਿਨਾਂ ਨਾਸ਼ ਹੋ ਰਹੇ ਨੇ। ਕਿਉਂ? ਜੋ ਤੈਂ ਗਿਆਨ ਨੂੰ ਰੱਦ ਕੀਤਾ, ਗਿਆਨ ਨੂੰ ਤੂੰ ਰੱਦ ਕਰ ਦਿੱਤਾ। ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ, ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ। ਤੂੰ ਆਪਣੇ ਪਰਮੇਸ਼ਵਰ ਦੀ ਵਿਵਸਥਾ ਨੂੰ ਭੁੱਲ ਗਿਆ। ਤੂੰ ਖੁਦਾ ਦੀ ਵਿਵਸਥਾ ਨੂੰ ਕੀ ਕੀਤਾ ਹੈ? ਭੁੱਲ ਗਿਆ। ਖੁਦਾ ਦਾ ਵਚਨ ਕੀ ਕਹਿ ਰਿਹਾ ਉਹ ਨਹੀਂ ਕਰ ਰਿਹਾ ਤੂੰ। ਪਰਮੇਸ਼ਵਰ ਦਾ ਵਚਨ ਜੋ ਕਹਿ ਰਿਹਾ ਉਹ ਨਹੀਂ ਕਰ ਰਹੇ ਤੂੰ। ਆਪਣੇ ਖੁਦਾ ਦੇ ਵਚਨ ਤੋਂ ਕੀ ਹੋ ਗਿਆ? ਮੁੜ ਗਿਆ। ਹਾਂ, ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਵਾਂਗਾ। ਮੈਂ ਵੀ ਤੇਰੇ ਬੱਚਿਆਂ ਨੂੰ ਕਹਿੰਦਾ ਭੁੱਲ ਜਾਵਾਂਗਾ। ਜਿਉਂ ਜਿਉਂ ਉਹ ਵਧੇ,
ਤਿਉਂ ਉਹਨਾਂ ਨੇ ਮੇਰਾ ਪਾਪ ਕੀਤਾ। ਉਸ ਤਰ੍ਹਾਂ ਜਿਸ ਤਰ੍ਹਾਂ ਵੱਧਦੇ ਗਏ ਉਹਨਾਂ ਪਾਪ ਵੱਧਦਾ ਗਿਆ। ਮੈਂ ਉਹਨਾਂ ਦੇ ਪ੍ਰਤਾਪ ਨੂੰ ਨਮੋਸ਼ੀ ਵਿੱਚ ਬਦਲ ਦਿਆਂਗਾ। ਨਮੋਸ਼ੀ ਵਿੱਚ ਕੀ ਕਰਾਂਗਾ? ਬਦਲ ਦਿਆਂ। ਪ੍ਰਤਾਪ ਨੂੰ, ਅੱਜ ਬਹੁਤ ਪ੍ਰਤਾਪ ਵਧਿਆ ਲੋਕਾਂ ਦਾ, ਬਹੁਤ ਪ੍ਰਤਾਪ ਦੇ ਵਿੱਚ ਨੇ ਲੋਕ, ਪਰ ਖੁਦਾ ਕਹਿੰਦਾ ਮੈਂ ਪ੍ਰਤਾਪ ਨੂੰ ਕੀ ਕਰਾਂਗਾ? ਨਮੋਸ਼ੀ ਦੇ ਵਿੱਚ ਬਦਲ ਦਿਆਂਗਾ। ਅੱਜ ਸਾਡੀ ਸਾਡਾ ਸੇਵਕਾਈ ਦਾ ਤਰੀਕਾ ਕੀ ਬਾਈਬਲ ਦੇ ਮੁਤਾਬਿਕ ਹੈ ਜਾਂ ਆਪਣੇ ਪ੍ਰਤਾਪ ਦੇ ਲਈ ਹੈ ਜਾਂ ਆਪਣੀ ਮਹਿਮਾ ਦੇ ਲਈ ਹੈ? ਯੋਨਾ ਨਬੀ ਆਪਣੇ ਤਰੀਕੇ ਦੇ ਨਾਲ ਚੱਲ ਰਿਹਾ। ਅੱਜ ਸਾਨੂੰ ਲੱਗਦਾ ਹੈ ਜੋ ਅਸੀਂ ਕਰ ਰਹੇ ਹਾਂ ਸਹੀ ਕਰ ਰਹੇ ਹਾਂ, ਸਾਨੂੰ ਲੱਗਦਾ ਜੋ ਅਸੀਂ ਕਰ ਰਹੇ ਹਾਂ ਰਾਈਟ ਕਰ ਰਹੇ ਹਾਂ। ਯੋਨਾ ਨਬੀ ਪਰਮੇਸ਼ਰ ਨੂੰ ਜਾਣਦਾ ਸੀ, ਔਰ ਯੋਨਾ ਨਬੀ ਨਾਲੋਂ ਜ਼ਿਆਦਾ ਅਸੀਂ ਖੁਦਾ ਨੂੰ ਨਹੀਂ ਜਾਣ ਸਕਦੇ ਜਿੰਨਾ ਉਹ ਪਰਮੇਸ਼ਰ ਦੇ ਕੋਲ ਸੀ, ਕਿਉਂਕਿ ਉਸਨੇ ਬਚਪਨ ਤੋਂ ਖੁਦਾ ਨੂੰ ਜਾਣਿਆ। ਉਸਨੇ ਉਹ ਸਮਾਂ, ਜਿਸ ਸਮੇਂ ਦੇ ਵਿੱਚ ਪਰਮੇਸ਼ਰ ਉਸਨੂੰ ਕਾਲ ਤੋਂ ਬਚਾਇਆ, ਉਸਨੇ ਜਾਣਿਆ। ਉਹ ਸਮਾਂ ਜਦੋਂ ਪਰਮੇਸ਼ਰ ਨੇ ਛੋਟੇ ਹੁੰਦਿਆਂ ਉਸਨੂੰ ਬਚਾਇਆ, ਉਹ ਜਾਣਦਾ ਹੈ। ਉਸਨੂੰ ਪਤਾ ਸੀ ਖੁਦਾ ਦੇ ਨਾਲ ਕਿਸ ਤਰ੍ਹਾਂ ਉਹਦਾ ਰਿਸ਼ਤਾ ਹੈ। ਤਾਂ ਕਰਕੇ ਬਹੁਤ ਲੋਕ ਆਖਦੇ ਯੋਨਾ ਨਬੀ ਜੋ ਸੀਗਾ ਨੀਨਵੇ ਜਾਣ ਤੋਂ ਡਰਦਾ ਸੀ ਕਿ ਕਿਤੇ ਮੈਨੂੰ ਮਾਰ ਨਾ ਦੇਣ। ਯੋਨਾ ਨੀਨਵੇ ਜਾਣ ਤੋਂ ਡਰਦਾ ਨਹੀਂ ਸੀ, ਪਰ ਉਹ ਖੁਦਾ ਨੂੰ ਜਾਣਦਾ ਸੀ। ਤੇ ਜੇ ਨੀਨਵੇ ਜਾਣ ਤੋਂ ਡਰਦਾ ਹੁੰਦਾ ਤੇ ਫਿਰ ਉਹਨੇ ਕਦੀ ਕਹਿਣਾ ਹੀ ਨਹੀਂ ਸੀਗਾ ਕਿ ਮੈਨੂੰ ਚੁੱਕੋ ਤੇ ਸਮੁੰਦਰ ਦੇ ਵਿੱਚ ਸੁੱਟ ਦਿਓ। ਹਾਲੇਲੂਇਆ, ਹਾਲੇਲੂਇਆ। ਉਹਨੇ ਕਹਿਣਾ ਹੀ ਨਹੀਂ ਸੀ ਕਿ ਮੈਨੂੰ ਸਮੁੰਦਰ, ਕਿਉਂਕਿ ਮੌਤ ਤੋਂ ਨਹੀਂ ਡਰਦੇ ਖੁਦਾ ਦੇ ਲੋਕ। ਜੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹਾਂ ਔਰ ਖੁਦਾ ਦੇ ਵਚਨ ਨੂੰ ਸਮਝਦੇ ਹਾਂ ਜਾਂ ਸਿੱਖਦੇ ਹਾਂ, ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਕਿੰਨੇ ਪ੍ਰਭੂ ਦੇ ਚੇਲਿਆਂ ਨੇ ਜਾਂ ਕਿੰਨੇ ਖੁਦਾ ਦੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਨੇ। ਤਾਂ ਕਰਕੇ ਖੁਦਾ ਦਾ ਵਚਨ ਬਹੁਤ ਫੈਲਿਆ। ਖੁਦਾ ਦੇ ਲੋਕ ਮਰਨੋਂ ਨਹੀਂ ਡਰਦੇ। ਹਾਲੇਲੂਇਆ, ਹਾਲੇਲੂਇਆ। ਪਰ ਹੁਣੇ ਖੁਦਾ ਦੇ ਸੇਵਕ ਚਾਹੀਦੇ। ਯੋਨਾ ਖੁਦਾ ਨੂੰ ਜਾਣਦਾ ਸੀ, ਮਰਨੋਂ ਨਹੀਂ ਸੀ ਡਰਦਾ। ਨੀਨਵੇ ਜਾਣ ਤੋਂ ਉਹਨੂੰ ਕੋਈ ਡਰ ਨਹੀਂ ਸੀ। ਉਹ ਕਿਉਂ ਨਹੀਂ ਜਾਣਾ ਚਾਹੁੰਦਾ ਸੀ? ਪੜਾਂਗੇ ਯੋਨਾ ਨਬੀ ਦੀ ਕਿਤਾਬ 4 ਅਧਿਆਏ ਉਸਦੀ 2 ਆਇਤ। 1 ਵੀ ਪੜ੍ਹਦੇ ਹੋ ਤੁਸੀਂ, 1 ਤੇ 2 ਪੜ੍ਹਦੇ ਹੋ। ਇਹ ਯੋਨਾ ਨੂੰ ਬਹੁਤ ਹੀ ਭੈੜਾ ਲੱਗਾ। ਇਹ ਯੋਨਾ ਨੂੰ ਬਹੁਤ ਭੈੜਾ ਲੱਗਾ ਅਤੇ ਉਹ ਭਬਕ ਉੱਠਿਆ। ਕਿਉਂ ਭੈੜਾ ਲੱਗਾ? ਕਿਉਂਕਿ ਜਦੋਂ ਪਰਮੇਸ਼ਰ ਨੇ ਨੀਨਵੇ ਦੇ ਲੋਕਾਂ ਨੇ ਤੋਬਾ ਕੀਤੀ, ਖੁਦਾ ਨੂੰ ਪੁਕਾਰਿਆ ਤੇ ਨੀਨਵੇ ਦੇ ਲੋਕਾਂ ਨੂੰ ਖੁਦਾ ਨੇ ਮਾਫ ਕਰ ਦਿੱਤਾ, ਯੋਨਾ ਨੂੰ ਇਹ ਬਹੁਤ ਭੈੜਾ ਲੱਗਾ ਅਤੇ ਉਹਨੇ ਯਹੋਵਾ ਦੇ ਅੱਗੇ ਪ੍ਰਾਰਥਨਾ ਕੀਤੀ। ਤੇ ਯੋਨਾ ਨਬੀ ਨੂੰ ਜਦੋਂ ਭੈੜਾ ਲੱਗਾ ਤੇ ਖੁਦਾ ਦੇ ਅੱਗੇ ਦੁਆ ਕਰਨ ਲੱਗਾ, ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ, ਖੁਦਾ ਨੂੰ ਕਿਹਾ ਕਿ ਹੇ ਯਹੋਵਾ, ਕਹਿੰਦਾ ਹੇ ਪਰਮੇਸ਼ਰ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਜਦ ਮੈਂ ਅਜੇ ਆਪਣੇ ਦੇਸ਼ ਵਿੱਚ ਸਾਂ, ਜਦੋਂ ਮੈਂ ਆਪਣੇ ਦੇਸ਼ ਵਿੱਚ ਸੀ, ਕੀ ਇਹ ਮੇਰਾ ਕਹਿਣਾ ਨਹੀਂ ਸੀ? ਕੀ ਮੈਂ ਤੈਨੂੰ ਨਹੀਂ ਕਿਹਾ ਸੀ? ਇਸੇ ਕਾਰਨ ਮੈਂ ਕਾਲੀ ਨਾਲ ਤਰਸ਼ੀਸ਼ ਨੂੰ ਭੱਜਾਂ। ਇਸੇ ਕਰਕੇ ਮੈਂ ਕਾਲੀ ਨਾਲ ਤਰਸ਼ੀਸ਼ ਨੂੰ ਭੱਜਿਆ, ਕਿਉਂ ਜੋ ਮੈਂ ਜਾਣਦਾ ਸਾਂ, ਮੈਂ ਜਾਣਦਾ ਸਾਂ ਕਿ ਤੂੰ ਕਿਰਪਾਲੂ ਤੇ ਦਿਆਲੂ ਪਰਮੇਸ਼ਵਰ ਹੈ। ਹਾਲੇਲੂਇਆ, ਕਹਿੰਦਾ ਮੈਂ ਜਾਣਦਾ ਸੀ ਕਿ ਤੂੰ ਕਿਰਪਾਲੂ ਤੇ ਦਿਆਲੂ ਪਰਮੇਸ਼ਵਰ ਹੈ, ਜੋ ਕ੍ਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਧਾਨ ਹੈ। ਕਿਰਪਾ ਨਿਧਾਨ ਹੈ। ਤੂੰ ਕ੍ਰੋਧ ਦੇ ਵਿੱਚ ਧੀਰਜੀ, ਮੈਨੂੰ ਪਤਾ ਸੀ ਤੂੰ ਦਿਆਲੂ ਹੈ, ਮੈਨੂੰ ਪਤਾ ਸੀ ਕਿਰਪਾਲੂ ਆ। ਮੈਂ ਜਾਣਾ ਆ, ਪ੍ਰਚਾਰ ਕਰਨਾ ਹੈ ਤੇ ਤੂੰ ਉਹਨਾਂ ਲੋਕਾਂ ਨੂੰ ਕੀ ਕਰਨਾ ਹੈ? ਮਾਫ ਕਰ ਦੇਣਾ ਆ। ਇਸ ਕਰਕੇ ਕਹਿੰਦਾ ਮੈਂ ਭੱਜਿਆ ਸੀ। ਇੰਨਾ ਖੁਦਾ ਨੂੰ ਜਾਣਦਾ ਸੀ। ਤੁਸੀਂ ਤੇ ਮੈਂ ਕਿੰਨਾ ਕੁ ਖੁਦਾ ਨੂੰ ਜਾਣਦੇ ਆ, ਪਰ ਫਿਰ ਵੀ ਆਪਣੀਆਂ ਮਰਜ਼ੀਆਂ ਕਰ ਰਹੇ ਆ, ਫਿਰ ਵੀ ਆਪਣੇ ਤਰੀਕੇ ਨਾਲ ਸੇਵਕਾਈ ਕਰ ਰਹੇ ਆ। ਬਹੁਤ ਸਾਰੇ ਕੰਮ ਜਿਹੜੇ ਖੁਦਾ ਦਾ ਵਚਨ ਸਾਨੂੰ ਨਹੀਂ ਕਰਨ ਲਈ ਕਹਿ ਰਿਹਾ, ਅਸੀਂ ਉਹ ਕਰ ਰਹੇ ਆ। ਥੋੜਾ ਹੁਣ ਅਸੀਂ ਆਪਣੀ ਜ਼ਿੰਦਗੀ ਤੇ ਗੌਰ ਕਰਨਾ ਹੈ ਕਿ ਕਿਸ ਤਰ੍ਹਾਂ ਖੁਦਾ ਦਾ ਵਚਨ ਕਹਿੰਦਾ ਹੈ ਤੇ ਅਸੀਂ ਕੀ ਕਰ ਰਹੇ ਹਾਂ। ਕਿਸ ਤਰ੍ਹਾਂ ਖੁਦਾ ਦੇ ਵਚਨ ਦੇ ਮੁਤਾਬਿਕ ਸਾਨੂੰ ਚੱਲਣਾ ਹੈ, ਕਿਸ ਤਰ੍ਹਾਂ ਪਰਮੇਸ਼ਰ ਦੀ ਵਚਨ ਦੇ ਮੁਤਾਬਿਕ ਸਾਨੂੰ ਸੇਵਕਾਈ ਕਰਨੀ ਹੈ। ਸੇਵਕਾਈ ਦੇ ਮਾਇਨੇ ਕੀ ਨੇ? ਕੀ ਖੁਦਾ ਦਾ ਵਚਨ ਸਾਨੂੰ ਸਿਖਾਉਂਦਾ ਹੈ? ਪਰਮੇਸ਼ਰ ਦੇ ਵਚਨ ਦੇ ਵਿੱਚ ਸੇਵਕਾਈ ਕਿਸ ਤਰੀਕੇ ਦੇ ਨਾਲ ਯੀਸ਼ੂ ਮਸੀਹ ਨੇ ਕਰਨ ਦੇ ਲਈ ਸਿਖਾਇਆ ਹੈ। ਹਾਲੇਲੂਇਆ, ਹਾਲੇਲੂਇਆ। ਅੱਜ ਬਹੁਤ ਸਾਰਾ ਗਲਤ ਕੰਮ ਜੋ ਹੈ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਜਦੋਂ ਹੈਕਲ ਦੇ ਵਿੱਚ ਆਏ ਤੇ ਹੈਕਲ ਦੇ ਵਿੱਚ ਆ ਕੇ ਯੀਸ਼ੂ ਮਸੀਹ ਨੇ ਇੱਕ ਗੱਲ ਕਹੀ, ਤੁਸੀਂ ਮੇਰੇ ਪਿਤਾ ਦੇ ਘਰ ਨੂੰ ਵਪਾਰ ਦੀ ਮੰਡੀ ਬਣਾਇਆ। ਤੇ ਅੱਜ ਵੀ ਇਹੀ ਹਾਲ ਹੋ ਰਿਹਾ। ਬਹੁਤ ਕੁਝ ਜਿਹੜਾ ਹੈ ਕਲੀਸਿਆਵਾਂ ਦੇ ਵਿੱਚ ਵਿਕ ਰਿਹਾ ਹੈ, ਜਿਸ ਤੋਂ ਖੁਦਾ ਨੂੰ ਨਫ਼ਰਤ ਹੈ, ਜਿਸ ਤੋਂ ਵਪਾਰ ਕੀਤਾ ਜਾ ਰਿਹਾ ਹੈ, ਜੋ ਪਰਮੇਸ਼ਵਰ ਨਹੀਂ ਚਾਹੁੰਦਾ, ਕਿਉਂਕਿ ਖੁਦਾ ਦੀ ਮਹਿਮਾ ਕਿਸੇ ਹੋਰ ਚੀਜ਼ ਨੂੰ ਦਿੱਤੀ ਜਾ ਰਹੀ ਹੈ।
ਪਰਮੇਸ਼ਰ ਦੀ ਮਹਿਮਾ ਪਾਣੀ ਨੂੰ ਦਿੱਤੀ ਜਾ ਰਹੀ ਹੈ, ਪਰਮੇਸ਼ਰ ਦੀ ਮਹਿਮਾ ਤੇਲ ਨੂੰ ਦਿੱਤੀ ਜਾ ਰਹੀ ਹੈ, ਪਰਮੇਸ਼ਰ ਦੀ ਮਹਿਮਾ ਜਿਹੜੀ ਹੈ ਰੁਮਾਲਾਂ ਨੂੰ ਦਿੱਤੀ ਜਾ ਰਹੀ ਹੈ, ਪਰਮੇਸ਼ਰ ਦੀ ਮਹਿਮਾ ਫੋਟੋਆਂ ਨੂੰ ਦਿੱਤੀ ਜਾ ਰਹੀ ਹੈ, ਪਰਮੇਸ਼ਰ ਦੀ ਮਹਿਮਾ ਜਿਹੜੀ ਹੈ ਉਹ ਇਨਸਾਨ ਆਪ ਲੈ ਰਿਹਾ ਹੈ। ਜਿਸ ਚੀਜ਼ ਤੋਂ ਖੁਦਾ ਨੂੰ ਪਰਮੇਸ਼ਰ ਦਾ ਵਚਨ ਸਾਨੂੰ ਕੁਝ ਹੋਰ ਕਰਨ ਨੂੰ ਕਹਿ ਰਿਹਾ, ਅਸੀਂ ਕੁਝ ਹੋਰ ਕਰ ਰਹੇ ਹਾਂ। ਕਿਸੇ ਬਾਈਬਲ ਪੜ੍ਹ ਕੇ ਦੇਖੀਏ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਖੁਦਾ ਦਾ ਵਚਨ ਕੀ ਕਹਿ ਰਿਹਾ ਤੇ ਹੋ ਕੀ ਰਿਹਾ ਹੈ। ਪਰਮੇਸ਼ਰ ਦੀ ਮੂਰਤ ਨੂੰ ਵਟਾ ਦਿੱਤਾ ਹੈ। ਲਿਖਿਆ ਤੁਸੀਂ ਖੁਦਾ ਦੀ ਸੂਰਤ ਨੂੰ, ਖੁਦਾ ਦੀ ਮੂਰਤ ਨੂੰ ਵਟਾ ਦਿੱਤਾ ਹੈ। ਜਿਸ ਤਰ੍ਹਾਂ ਖੁਦਾ ਦੀ ਮਹਿਮਾ ਕਰਨੀ ਚਾਹੀਦੀ ਤੁਸੀਂ ਉਸ ਤਰ੍ਹਾਂ ਨਹੀਂ ਕਰ। ਅੱਜ ਸਾਨੂੰ ਇਹਨਾਂ ਵਚਨਾਂ ਦੇ ਨਾਲ ਆਪਣੀ ਜ਼ਿੰਦਗੀ ਤੇ ਗੌਰ ਕਰਨ ਦੀ ਜ਼ਰੂਰਤ ਹੈ ਕਿ ਮੇਰੀ ਲਾਈਫ, ਮੇਰੀ ਜ਼ਿੰਦਗੀ, ਮੇਰਾ ਜੀਵਨ, ਮੇਰੀ ਸੇਵਕਾਈ, ਮੇਰੀ ਮਿਨਿਸਟਰੀ ਵਚਨ ਦੇ ਮੁਤਾਬਿਕ ਹੈ ਕਿ ਨਹੀਂ ਹੈ। ਮੈਂ ਖੁਦਾ ਨੂੰ ਮਹਿਮਾ ਦੇ ਰਿਹਾ ਕਿ ਤੇਲ ਨੂੰ ਮਹਿਮਾ ਦੇ ਰਿਹਾ, ਖੁਦਾ ਨੂੰ ਮਹਿਮਾ ਦੇ ਰਿਹਾ ਕਿ ਨਮਕ ਨੂੰ ਮਹਿਮਾ ਦੇ ਰਿਹਾ, ਖੁਦਾ ਨੂੰ ਮਹਿਮਾ ਦੇ ਰਿਹਾ ਕਿ ਰੁਮਾਲਾਂ ਨੂੰ ਮਹਿਮਾ ਦੇ ਰਿਹਾ। ਮੈਂ ਕਿਸ ਚੀਜ਼ ਨੂੰ ਮਹਿਮਾ ਦੇ ਰਿਹਾ? ਸਾਰੀ ਮਹਿਮਾ ਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਮਿਲਣੀ ਚਾਹੀਦੀ ਹੈ। ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਸਾਡੀ ਸੇਵਕਾਈ ਖੁਦਾ ਦੇ ਵਚਨ ਦੇ ਆਧਾਰਿਤ ਹੋਣੀ ਚਾਹੀਦੀ। ਹਾਲੇਲੂਇਆ, 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 ਹਾਲੇਲੂਇਆ। ਬਹੁਤ ਵਾਰ ਸਾਨੂੰ ਦੇਖਣ ਨੂੰ ਮਿਲਦਾ ਹੈ, ਮੈਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਿਹਾ, ਲੇਕਿਨ ਪਰਮੇਸ਼ਰ ਦੇ ਵਚਨ ਦੇ ਮੁਤਾਬਿਕ ਯਿਸੂ ਮਸੀਹ ਜੋ ਸੇਵਕਾਈ ਕਰ ਰਹੇ ਸੀ, ਔਰ ਯਿਸੂ ਮਸੀਹ ਨੇ ਜਦੋਂ ਸੇਵਕਾਈ ਕੀਤੀ ਬਹੁਤ ਸਾਰੇ ਲੋਕਾਂ ਨੂੰ ਚੰਗਿਆ ਕੀਤਾ। ਅੰਨਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਸਜਾਖਿਆ ਕੀਤਾ, ਲੰਗੜੇ ਚੱਲੇ ਨੇ, ਬੋਲਿਆਂ ਨੇ ਸੁਣਿਆ ਆ, ਮੁਰਦੇ ਜ਼ਿੰਦਾ ਹੋਏ ਨੇ। ਬਹੁਤ ਸਾਰੇ ਕੰਮ ਯਿਸੂ ਮਸੀਹ ਭਲਾਈ ਦੇ ਕਰਦਾ ਸੀ। 5-5 ਹਜ਼ਾਰ ਦੀਆਂ ਭੀੜਾਂ ਨੂੰ ਯਿਸੂ ਮਸੀਹ ਨੇ ਖਾਣਾ ਖਵਾਇਆ। 4-4 ਦਿਨਾਂ ਦੇ ਮੁਰਦਿਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਜ਼ਿੰਦਾ ਕੀਤਾ ਹੈ। ਯਿਸੂ ਮਸੀਹ ਨੂੰ ਮਾਰਨ ਦਾ ਕੋਈ ਕਾਰਨ ਲੱਭਦਾ ਹੀ ਨਹੀਂ ਸੀ। ਇੱਥੋਂ ਤੱਕ ਤੇ ਰਾਜੇ ਨੇ ਕਹਿ ਦਿੱਤਾ, ਕਹਿੰਦਾ ਇਹਦੇ ਵਿੱਚ ਮੌਤ ਦੇ ਲਾਇਕ ਮੈਨੂੰ ਕੋਈ ਗੁਨਾਹ ਨਹੀਂ ਲੱਭਦਾ। ਪਰ ਲੋਕ ਕੀ ਕਹਿੰਦੇ ਸੀ? ਇਹਨੂੰ ਕੀ ਕਰੋ, ਸਲੀਬ। ਯਿਸੂ ਮਸੀਹ ਨੂੰ ਸਲੀਬ ਦਿੱਤੇ ਜਾਣ ਦਾ ਕਾਰਨ ਪਤਾ ਕੀ ਸੀ? ਯਿਸੂ ਮਸੀਹ ਨੇ ਉਹਨਾਂ ਫਕੀਆਂ ਤੇ ਫਰੀਸੀਆਂ ਨੂੰ, ਸਦੂਸੀਆਂ ਨੂੰ ਕਿਹਾ ਸੀ ਕਿ ਤੁਸੀਂ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ। ਉਹ ਸੱਚ ਨੂੰ ਸੱਚ ਤੇ ਗਲਤ ਨੂੰ ਗਲਤ ਕਹਿੰਦਾ ਸੀ। ਹਾਲੇਲੂਇਆ। ਸੱਚ ਨੂੰ ਸੱਚ ਤੇ ਗਲਤ ਨੂੰ ਗਲਤ ਕਹਿੰਦਾ ਸੀ। ਜਿਹੜੀ ਗੱਲ ਲੋਕਾਂ ਨੂੰ ਚੰਗੀ ਨਹੀਂ ਸੀ ਲੱਗਦੀ, ਜਿਹੜੀ ਗੱਲ ਸਦੂਕੀ ਫਰੀਸੀਆਂ ਨੂੰ ਚੰਗੀ ਨਹੀਂ ਸੀ ਲੱਗਦੀ, ਜਿਹੜੀ ਗੱਲ ਉਸ ਸਮੇਂ ਦੇ ਸਿਖਾਉਣ ਵਾਲਿਆਂ ਨੂੰ ਚੰਗੀ ਨਹੀਂ ਸੀ ਲੱਗਦੀ, ਪਰ ਯਿਸੂ ਮਸੀਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿੰਦਾ ਸੀ। ਇਹ ਕਾਰਨ ਸੀਗਾ ਤਾਂ ਉਹਨਾਂ ਯਿਸੂ ਮਸੀਹ ਨੂੰ ਸੂਲੀ ਦੇ ਉੱਤੇ ਚੜਾਇਆ, ਕਿਉਂਕਿ ਯਿਸੂ ਮਸੀਹ ਸੱਚਾਈ ਦੀ ਗੱਲ ਕਰਦਾ ਸੀ। ਅੱਜ ਵੀ ਜਦੋਂ ਸੱਚਾਈ ਦੀ ਗੱਲ ਕਰਦੇ ਹਾਂ ਬਹੁਤ ਲੋਕਾਂ ਨੂੰ ਗੁੱਸਾ ਆਉਂਦਾ ਹੈ, ਲੇਕਿਨ ਬਾਈਬਲ ਸਾਨੂੰ ਸੱਚ ਬੋਲਣ ਦੇ ਲਈ ਦੱਸਦੀ ਹੈ। ਹਾਲੇਲੂਇਆ। ਬਾਈਬਲ ਸਾਨੂੰ ਇਹ ਫਰਕ ਕਰਨਾ ਚਾਹੀਦਾ, ਕਿਉਂਕਿ ਪ੍ਰਭੂ ਦੀ ਬਾਣੀ 'ਚ ਲਿਖਿਆ ਤੁਸੀਂ ਅੰਨੇ ਨਹੀਂ ਹੋ, ਤੁਸੀਂ ਸਜਾਖੇ ਹੋ, ਕਿਉਂਕਿ ਖੁਦਾ ਦਾ ਵਚਨ ਤੁਸੀਂ ਜਾਣਦੇ ਹੋ। ਤੇ ਜਿਹੜਾ ਸਜਾਖਾ ਹੈ, ਜਿਹੜਾ ਵੇਖਦਾ ਹੈ, ਉਹ ਉਹੀ ਬੋਲੇਗਾ ਜੋ ਉਸਨੂੰ ਸੱਚ ਨਜ਼ਰ ਆਉਂਦਾ ਹੈ। ਹਾਲੇਲੂਇਆ। ਇਸ ਕਰਕੇ ਖੁਦਾ ਦਾ ਵਚਨ ਸਾਨੂੰ ਚਾਨਣ ਦਿੰਦਾ ਹੈ। ਇਸ ਨੂੰ ਪੜ੍ਹੀਏ, ਇਸ ਨੂੰ ਸਿੱਖੀਏ, ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਹੈ ਔਰ ਦੁਨੀਆ ਤੇ ਕੀ ਹੋ ਰਿਹਾ ਹੈ। ਕਿਉਂ ਅਸੀਂ ਮੁਸ਼ਕਲ ਦੇ ਵਿੱਚ ਪਏ ਹੋਏ ਹਾਂ? ਕਿਉਂ ਮੁਸੀਬਤ ਦੇ ਵਿੱਚ ਪਏ ਹੋਏ ਹਾਂ? ਯੋਨਾਹ ਨਬੀ ਲੋਕਾਂ ਦੇ ਲਈ ਆਸ਼ੀਸ਼ ਵਾਲਾ ਬੰਦਾ ਸੀ, ਪਰ ਜਦੋਂ ਗੁਨਾਹ ਕਰ ਰਿਹਾ ਹੈ ਤੇ ਉਹਨਾਂ ਦੇ ਲਈ ਮੁਸ਼ਕਲ ਬਣ ਗਿਆ। ਲੇਕਿਨ ਜਦੋਂ ਖੁਦਾ ਦਾ ਹੁਕਮ ਮੰਨਿਆ ਤੇ 99 ਦੇ ਲਈ ਉਹ ਕੀ ਬਣ ਗਿਆ ਹੈ? ਆਸ਼ੀਸ਼ ਬਣ ਗਿਆ, ਛੁਟਕਾਰੇ ਦਾ ਕਾਰਨ ਬਣ ਗਿਆ। ਹਾਲੇਲੂਇਆ। ਅੱਜ ਤੇ ਅਸੀਂ ਯਿਸੂ ਮਸੀਹ ਦੀ ਤਸਵੀਰ ਹੀ ਗਲਤ ਪੇਸ਼ ਕੀਤੀ ਹੈ। ਅੱਜ ਦੇ ਦਿਨਾਂ 'ਚ ਲੋਕੀ ਸਵਾਲ ਕਰਨ ਦੇ ਨੇ ਕਿ ਕਿੱਥੇ ਗਏ ਜੋ ਇਹਨੇ ਦਾਅਵੇ ਕਰਦੇ ਸੀ, ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਅਸੀਂ ਇਹ ਬਿਮਾਰੀ ਠੀਕ ਕਰ ਦਾਂਗੇ, ਉਹ ਬਿਮਾਰੀ ਠੀਕ ਕਰ ਦਾਂਗੇ। ਕਿਉਂਕਿ ਅਸੀਂ ਯਿਸੂ ਮਸੀਹ ਦੀ ਤਸਵੀਰ ਗਲਤ ਪੇਸ਼ ਕੀਤੀ ਹੈ। ਯਿਸੂ ਮਸੀਹ ਨੂੰ ਮੁਕਤੀ ਦਾਤਾ ਦੱਸਣ ਦੀ ਬਜਾਏ, ਜੀਵਨ ਦਾਤਾ ਦੱਸਣ ਦੀ ਬਜਾਏ, ਅਨੰਤ ਜੀਵਨ ਦੇਣ ਵਾਲਾ ਦੱਸਣ ਦੀ ਬਜਾਏ ਅਸੀਂ ਉਸ ਨੂੰ ਆਮ ਡਾਕਟਰ ਦੀ ਤਸਵੀਰ ਬਣਾ ਕੇ ਪੇਸ਼ ਕੀਤਾ ਹੈ। ਤਾਂ ਕਰਕੇ ਦੁਨੀਆ ਸਵਾਲ ਕਰ ਰਹੀ। ਬਹੁਤ ਸਾਰਾ ਕੁਝ ਤੁਸੀਂ ਦੇਖਿਆ ਹੋਣਾ, ਸਵਾਲ ਹੋ ਰਹੇ ਨੇ, ਕਿਉਂ ਨਹੀਂ ਹੋ ਰਹੇ ਹੁਣ ਲੋਕ ਠੀਕ, ਕਿੱਥੇ ਗਏ ਨੇ? ਕਿਉਂਕਿ ਮੁਕਤੀ ਨੂੰ ਪੇਸ਼ ਨਹੀਂ ਕੀਤਾ, ਸੱਚਾਈ ਨੂੰ ਪੇਸ਼ ਨਹੀਂ ਕੀਤਾ, ਉਹਦੇ ਅਨੰਤ ਜੀਵਨ ਨੂੰ ਪੇਸ਼ ਨਹੀਂ ਕੀਤਾ। ਇਹ ਨਹੀਂ ਸਿਖਾਇਆ ਗਿਆ ਕਿ ਯਿਸੂ ਮਸੀਹ ਕਾਹਦੇ ਲਈ ਆਇਆ ਹੈ। ਯਿਸੂ ਮਸੀਹ ਇਸ ਸੰਸਾਰਿਕ ਗੱਲਾਂ ਵਾਸਤੇ ਨਹੀਂ, ਪ੍ਰਭੂ ਯਿਸੂ ਮਸੀਹ ਇਸ ਲਈ ਆਇਆ ਕਿ ਇਨਸਾਨ ਜੀਵਨ ਪਾਵੇ ਤੇ ਅਨੰਤ ਦਾ ਜੀਵਨ ਪਾਵੇ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ ਮੈਂ ਇਸ ਲਈ ਨਹੀਂ ਆਇਆ ਕਿ ਜਿਸ ਤਰ੍ਹਾਂ ਚੋਰ ਆਂਦਾ ਹੈ ਔਰ ਉਹ ਚੋਰੀ ਕਰਦਾ ਹੈ ਔਰ
नाश करता है, पर मैं इसलिए आया कि तुहानू जीवन मिले ते केड़ा मिले, चोखा मिले। हालेलुया। चोखा जीवन, ते चोखे जीवन के बारे तो असीं दसदे ही नहीं। हालेलुया। सेवकाइयां दे मायने विगड़ गए। जे तुसीं खुदा दे वचन नूं सिखदे हो, जानते हो, समझते हो, जे थोड़ा समा तुसीं पिछे जाके देखो तो किस तरीके दे नाल खुदा दीयां सेवकाइयां सी। अज किन्ने लोग कन्वेंशनां च तौबा कर रहे हैं। 100,000 तुसीं रसौलियां गैब कर दित्तियां ने, लंगड़ियां नूं चलन ला दिता है, कैंसर खत्म हो गई है, लाखां रुपया तुसीं कन्वेंशनां ते खर्च कर रहे हो। ठीक है, पर किन्नियां रूहां उस दिन बच रही है। कोई नहीं स्टेज ते खड़े करके कहता जी अज 5 रूहां बच गई। कोई नहीं स्टेज ते खड़े कहता कि अज 5 लोगों ने तौबा कर ली। रसौलियां सी हजार हजार गायब करी जाती। परमेश्वर का वचन सानू पुछ रहा, जे असीं इहो 10-20 साल पिछे चले जाइए तो हर कन्वेंशन दे विच घट्टो घट्ट 50-30-20 बपतिस्मे हुंदे सी। अज किन्ने हो रहे हैं? अज तो बस कहण दीयां गल्लां जी, ये करता जी वो करता। रूहां किन्नियां बचियां ने परमेश्वर का वचन, क्योंकि साडे सेवकाई दे मायने बिगड़ गए ने, साडे सेवकाई दे तरीके बिगड़ गए ने। असीं सिर्फ सिख लिया लोकां नूं सुटना है, असीं सिख लिया लोकां नूं ये दसना है तैनूं ये आ फलाण है ठीक है, भविष्यवाणियां करी जा रहे हैं, और ऐसियां भविष्यवाणियां जिन्हां दा कोई मतलब भी नहीं। खुदा का वचन, परमेश्वर का वचन सानू सिखाता है कि सानू खुदा ने रूहां बचाने लिए भेजा। जे असीं 1,00,000-2 लाख रुपया खर्च करके कन्वेंशन कर रहे हैं, जे 2 रूहां ही नहीं बचियां तो भावें 1000 रसौलियां गैब हो जाण, उन्हां दा कोई फायदा। पर ये महिमा लै रहे हैं ना असीं जी, मेरी कन्वेंशन सीगी ते उत्थे आपां इन्ना काम कर दित्ता। की असीं खुदा दे वचन दे मुताबिक काम कर रहे हैं? जे नहीं कर रहे तो जोनाह दे वांगू असीं हां मुसीबत लियाउण वाले संसार दे विच। जे नहीं कर रहे तो जोनाह वांगू असीं तरशीश नूं जा रहे हैं, नीनवे नूं नहीं जा रहे। पर खुदा कहता है तुसीं नीनवे नूं जाण दा मतलब की है? लोकां नूं बचाउणा जिहड़े पाप दे विच ने। पर उन्हां दे सामने असीं यीशु दी तस्वीर कोई होर पेश कीती है। आओ असीं अपनी जिंदगी ते गौर करिए, अपनी सेवकाई ते गौर करिए कि मैनूं खुदा ने जो कहा मैं उस तरह कर रहा कि नहीं कर रहा। सानूं जरूरत है रब दे प्यारिओ कि असीं खुदा दे वचन ते गौर करिए, परमेश्वर दीयां गल्लां ते गौर करिए और अपनी सेवकाई दे मायनिਆਂ ਨੂੰ सही करिए और सही तरीके नाल सेवकाई करिए जिस तरह खुदा चाह रहा है। प्रभु इन्हां वचनां नाल आप सब नूं बरकत दे। हालेलुया, हालेलुया।